और देखिए, मैं सबसे पहले आपको ये कहना चाहता हूँ कि आप लोग ये चैनल सब्सक्राइब कर दो यार, कोई फ़र्क नहीं पड़ता। क्योंकि जब हमारे 1 लाख व्यूअर हो जाएंगे तो हम आपको ऐसी ऐसी बातें बताएंगे कि आप यार सुनोगे यार, पता नहीं ये बातें कहाँ से ले गए। ज़िंदगी का तजर्बा है भैया, PhD की है ह्यूमन राइट में। और मेरे साथ तीर्थ गरेवाल जी हैं, इनके पास बहुत तजर्बा है। अभी हम पटारी खोल नहीं रहे, हम तो मीठी मीठी छोटी छोटी बातें कर रहे हैं। और आजकल हम जो बातें करते हैं वो समाज में जो फैली कुरीतियाँ हैं, बुराइयाँ हैं या अच्छाइयाँ हैं, उसी के बारे में बात करते हैं। जनरली बातें हैं, घरों में होती हैं आम। तो आज मैं बात करूंगा कि भ्रष्टाचार, बेईमानी, चोर बाजारी ये हिंदुस्तान में कहाँ से आ गई। अब तो डिजिटल इंडिया बन चुका है भैया, हर काम ऑनलाइन होने लगा है। ऑनलाइन होने के बाद अब थोड़े थोड़े जो भ्रष्टाचार करते हैं बेईमानों को डर भी लगने लगा, यार हमारी रोजी रोटी ख़त्म हो जाएगी। तो मैं तीर्थ गरेवाल जी से बात करना चाहता हूँ, जब पूछना चाहता हूँ थोड़ा सा ये बताइए, आप भी घूमते हैं, सारा कुछ आपको पता है, दुनियादारी का ही पता है, तो लोगों को भी पता चल जाए यार क्या होने वाला है। क्योंकि हम ज़्यादा पढ़ते हैं, आप भी पढ़ के थोड़ा सा स्टडी करते हो, हम भी इधर उधर सुन के सारी दिहाड़ी घूमते हैं तो पता लग जाता है मेरे को। मैं ज़्यादा बातें नहीं करूँगा। तीर्थ गरेवाल जी आप भी बताइए ये जो बेईमानी कैसे हटेगी डिजिटल इंडिया में, ऑनलाइन जितना भी काम हो रहा है। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਸ਼੍ਰੀਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼੍ਰੀਪਾਲ ਜੀ, ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਕਿ ਅਸੀਂ ਉਹ ਗੱਲਾਂ ਕਰਦੇ ਜਿਹੜੀ ਲੋਕੀ ਘਰਾਂ 'ਚ ਕਰਦੇ ਆ, ਲੇਕਿਨ ਜਿਹੜਾ ਆ ਮੀਡੀਅਮ ਆ ਨਾ, ਮੀਡੀਆ ਦਾ, ਹਾਂਜੀ, ਇਹਦੇ 'ਚ ਜਿਹੜੀ ਸਾਡੇ ਘਰੇ ਗੱਲ ਚੱਲ ਰਹੀ ਹੈ ਉਹ ਨਾਲ ਦੀ ਵੀ ਚੱਲ ਰਹੀ, ਲੇਕਿਨ ਆਪਸ 'ਚ ਗੱਲ ਨਹੀਂ ਹੋ ਰਹੀ। ਠੀਕ ਹੈ ਨਾ। 100 ਲੋਕ ਇੱਕ ਹੀ ਗੱਲ ਕਰ ਰਹੇ ਆ, ਲੇਕਿਨ ਉਹ 100 ਲੋਕਾਂ ਦਾ ਆਪਸ ਦੇ ਵਿੱਚ ਕੋਈ ਇੰਟਰੈਕਸ਼ਨ ਨਹੀਂ ਹੈਗਾ। ਠੀਕ ਹੈ। ਇਸ ਕਰਕੇ ਜਦੋਂ ਇੰਟਰੈਕਸ਼ਨ ਇਕੱਠਾ ਹੁੰਦਾ ਉਹਨੂੰ ਓਪੀਨੀਅਨ ਕਹਿੰਦੇ, ਪਬਲਿਕ ਓਪੀਨੀਅਨ। ਅਸੀਂ ਪਬਲਿਕ ਓਪੀਨੀਅਨ ਬਣਾਉਣਾ ਚਾਹੁੰਦੇ ਹਾਂ। ਦੂਜੀ ਗੱਲ ਆ ਵਾ ਕਿ ਆ ਸ਼੍ਰੀਪਾਲ ਜੀ ਆ ਫੜੋ 10,000 ਰੁਪਈਆ, ਆ ਮੇਰੀ ਜਿਹੜੀ ਖਬਰ ਆ ਨਾ ਪੂਰੀ ਚਮਕਾ ਦੋ ਬਾਈ, ਕਿਸੇ ਦੀ ਹੋਰ ਦੀ ਨਹੀਂ, ਪੂਰੇ ਵਿਊਅਰਸ਼ਿਪ ਹੋਣੇ ਚਾਹੀਦੇ। ਅੱਛਾ, ਬੰਦਾ ਇਹ ਕਰਦਾ ਲੁਧਿਆਣੇ ਇਦਾਂ ਕਰਦਾ ਵਾ, ਬੜੇ ਪੈਸੇ ਦਿੰਦਾ ਅਖਬਾਰ ਵਾਲਿਆਂ ਨੂੰ। ਹਾਂ ਤੇ ਫਿਰ ਇਹੀ ਤਾਂ ਭ੍ਰਿਸ਼ਟਾਚਾਰ ਆ, ਹੋਰ ਕੀ ਹੈ। ਹਾਂ ਵੀ ਕਹਿੰਦਾ ਮੇਰੇ ਖਬਰਾਂ ਰੋਜ਼ ਲੱਗਣੀਆਂ ਚਾਹੀਦੀਆਂ, ਰੋਜ਼ ਲੱਗਣੀਆਂ ਚਾਹੀਦੀਆਂ। ਉਹ ਯਾਰ ਇੱਕ ਨਾ 3 ਦਿਨ ਪਹਿਲਾਂ ਉਹਦੀ ਖਬਰ ਲੱਗੀ ਸੀ, ਉਹਦੇ ਵਿੱਚ ਇਹ ਲੱਗ ਰਿਹਾ ਸੀ ਕਿ ਉਹ ਕਿਸੇ ਲੇਡੀ ਨੂੰ ਸਨਮਾਨਿਤ ਕਰ ਰਿਹਾ, ਹਾਲਾਂਕਿ ਖਬਰ ਉਹਦੀ ਸੀ। ਪੈਸੇ ਉਹਦੇ ਸੀਗੇ। ਉਹ ਨਾ ਕਿਤੇ ਫਸ ਗਿਆ ਸੀਗਾ ਤੇ ਉਹਨੇ ਫਿਰ ਗੋਡੇ ਫੜ ਲਏ, ਗੋਡੇ ਤੇ ਗਲਾ ਫੜ ਲੈਂਦੇ ਨਾ। ਫਿਰ ਵਿਚਾਰੇ ਨੇ ਅੱਜ ਫਿਰ ਅਖਬਾਰ ਚਲਾਈ ਤਾਂ ਉਹ ਵਿਚਾਰੀ ਲੇਡੀ ਪਿੱਛੇ ਖੜੀ ਸੀ ਕਿਤੇ। ਚਲੋ ਛੱਡੋ, ਆਪਾਂ ਜਿਹੜੀ ਗੱਲ ਕਰ ਰਹੇ ਸੀ ਭ੍ਰਿਸ਼ਟਾਚਾਰ ਦੀ ਗੱਲ ਐਵੇਂ ਆ। ਦੇਖੋ ਜੀ, ਸਾਡਾ ਜਿਹੜਾ ਦੇਸ਼ ਆ, ਅਸੀਂ ਜਿਸ ਦੇਸ਼ ਦੇ ਵਾਸੀ ਆ, ਉਹ ਦੇਸ਼ ਹੈਗਾ ਅਸ਼ੋਕਾ ਦਾ। ਹਾਂਜੀ। ਉਹ ਦੇਸ਼ ਹੈਗਾ ਆਪਣੇ ਰਾਮਚੰਦਰ ਦਾ, ਕ੍ਰਿਸ਼ਨ ਦਾ, ਕਿਸ਼ਨ ਜੀ ਦਾ। ਉਹ ਦੇਸ਼ ਹੈਗਾ ਪੋਰਸ ਦਾ, ਉਹ ਬਾਅਦ ਚ ਆਏ ਨੇ। ਪੋਰਸ ਦਾ ਇਹ ਉਹ ਬੰਦੇ ਸੀ ਜਦੋਂ ਜਿਹਨੇ ਸਾਰੀ ਦੁਨੀਆ ਜਿੱਤ ਲਈ। ਅਲੈਗਜ਼ੈਂਡਰ ਨੇ ਜਦੋਂ ਸਾਡੇ ਇੱਥੇ ਪਹੁੰਚਿਆ, ਉਹ ਸਤਲੁਜ ਨਹੀਂ ਪਾਰ ਕਰ ਸਕਿਆ। ਬਿਆਸ ਜੋ ਵੀ ਹੈ, ਦੇਖੋ ਅਸੀਂ ਕਿਹੜਾ ਪੇਪਰ ਦੇਣੇ, ਥੋੜਾ ਬਹੁਤ ਐਡਜਸਟ ਕਰ ਲਿਆ। ਹਾਂ ਭਾਈ, ਕੋਈ ਗੱਲ ਗਲਤ ਹੋਈ ਤਾਂ ਐਵੇਂ ਨਾ ਗਲਤੀ ਦੂਜਾ ਕਾਰਨ ਇਹ ਵੀ ਹੈ ਯਾਰ, ਐਡਜਸਟ ਕਰ ਲਾ। ਕਮੈਂਟ ਜ਼ਰੂਰ ਲਿਖ ਦਿਓ ਯਾਰ, ਗਲਤੀ ਜੋ ਹੋਗੀ ਨਾ ਲਿਖ ਦਿਓ ਥੱਲੇ। ਹਾਂ, ਥੋੜੀ ਜੀ ਐਡਜਸਟ ਕਰ ਲਿਓ। ਕਪੂਰ ਸਾਹਿਬ, ਜੱਗ ਕਪੂਰ ਜੀ ਸਾਡੀ ਸਾਰੀ ਵੀਡੀਓ ਤੇ ਕਮੈਂਟ ਕਰਦੇ ਨੇ। ਠੀਕ ਹੈ। ਉਹ ਜੱਗ ਕਪੂਰ ਜੀ ਆ, ਹਮੇਸ਼ਾ ਲਿਖਦੇ ਨੇ। ਤੁਹਾਡੀ ਗੱਲ ਸਹੀ ਆ। ਉਹਦੇ ਵਿੱਚ ਕੀ ਹੋਇਆ ਸ਼੍ਰੀਪਾਲ ਜੀ, ਜਿਹੜੇ ਬੰਦਿਆਂ ਨੇ ਉੱਥੇ ਉਹਨਾਂ ਦਾ ਅਪੋਜ਼ ਕੀਤਾ, ਪੋਰਸ ਵਰਗੇ ਨੇ। ਅਲੈਗਜ਼ੈਂਡਰ ਉਹ ਤੋਂ ਇੰਨਾ ਪ੍ਰਭਾਵਿਤ ਹੋ ਗਿਆ, ਉਹਨੇ ਪੁੱਛਿਆ ਕਿ ਪੋਰਸ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ। ਉਹ ਕਹਿੰਦਾ ਉਵੇਂ ਹੀ ਜਿਵੇਂ ਇੱਕ ਰਾਜੇ ਨਾਲ ਕੀਤਾ ਜਾਂਦਾ। ਉਹਨੇ ਉਹਨੂੰ ਦੁਬਾਰਾ ਰਾਜਾ ਬਣਾਇਆ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਜਿਹੜੇ ਉਹਦੇ ਫੌਜੀ ਸੀ, ਜਿਹੜੇ ਸਾਰੀ ਦੁਨੀਆ ਜਿੱਤ ਲਈ, ਪਰਸ਼ੀਆ ਵਰਗੀ ਐਡੀ ਵੱਡੀ ਅੰਪਾਇਰ ਜਿੱਤ ਲਈ। ਉਹਨਾਂ ਨੂੰ ਪਤਾ ਚੱਲ ਗਿਆ ਕਿ ਅੱਗੇ ਅਸ਼ੋਕਾ ਮੌਰੀਅਨ ਅੰਪਾਇਰ ਖੜੀ ਆ, ਜਿਹਦੇ ਅੱਗੇ ਪੋਰਸ ਦਾ ਕੁਝ ਵੀ ਨਹੀਂ। ਉਹਨਾਂ ਦੀ ਹਿੰਮਤ ਹੀ ਨਹੀਂ ਪਈ ਇੱਥੇ ਆਉਣ ਦੀ। ਉਹ ਤੋਂ ਬਾਅਦ ਕੁਝ ਫਰਕ ਪਿਆ, ਜਿਹਦੇ ਕਰਕੇ 1400-1500 ਕਬਾਇਲੀ ਬੰਦੇ ਅਫਗਾਨਿਸਤਾਨ ਦੇ, ਉਜ਼ਬੇਕਿਸਤਾਨ ਦੇ ਜਿਹੜੇ ਮੁਗਲ ਨੇ ਜਾਂ ਦੂਜੇ ਤੈਮੂਰ ਵਰਗੇ, ਇਹ ਆਪਣੇ ਇੱਥੇ ਆ ਕੇ ਵੜ ਗਏ ਤੇ ਇਹਨਾਂ ਨੇ ਸਾਰਾ ਆ ਕੇ ਲੁੱਟ-ਪੱਟ ਕਰਕੇ ਲੈ ਜਾਂਦੇ ਸੀ। ਲੁੱਟ-ਪੱਟ ਕਰਕੇ ਲੈ ਜਾਂਦੇ ਸੀ। ਕਿਉਂਕਿ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਘੱਟੋ-ਘੱਟ ਬਹੁਤ ਕੁਝ ਹਜ਼ਾਰ ਸਾਲ ਵਾਸਤੇ ਜਿਹੜਾ ਇੱਥੇ ਇੰਨਾ ਪੀਸ ਹੋ ਗਿਆ ਸੀਗਾ ਕਿ ਲੋਕਾਂ ਨੇ ਲੜਾਈ ਛੱਡਤੀ ਸੀ। ਚੁੱਪ ਹੋ ਗਈ ਸੀ। ਹਾਂਜੀ। ਜਿਵੇਂ ਕਲਿੰਗਾ ਤੋਂ ਬਾਅਦ ਅਸ਼ੋਕਾ ਨੇ ਲੜਾਈ ਛੱਡਤੀ ਸੀ, ਉਹ ਵੀ ਬਹੁਤ ਤਕੜਾ ਯੁੱਧ ਹੋਇਆ ਸੀ। ਉਸ ਟਾਈਮ ਲੱਖਾਂ ਬੰਦਾ ਮਰਿਆ ਸੀ ਕਲਿੰਗਾ ਵਾਸਤੇ, ਓਡੀਸ਼ਾ ਵਾਲੀ ਸਾਈਡ ਸੀਗਾ ਉਹ। ਲੇਕਿਨ ਉਸ ਤੋਂ ਬਾਅਦ ਕੀ ਹੋਇਆ, ਜਿੰਨੇ ਵੀ ਬਾਹਰੋਂ ਆਏ ਨੇ ਮੁਸਲਮਾਨ, ਜਿਨ੍ਹਾਂ ਨੂੰ ਕਹਿ ਦਿੰਦੇ ਕਿ ਬਾਹਰੋਂ ਆਏ ਆ, ਮੁਸਲਮਾਨ ਕਹਦੇ ਯਾਰ ਦੇਖੋ ਅੱਜ ਦੀ ਡੇਟ 'ਚ ਵੀ ਜਿਹਨੇ ਲੁੱਟਣਾ ਉਹਨੇ ਲੁੱਟਣਾ ਕਿਹੜਾ ਕੋਈ ਕੌਮ ਹੋਵੇ ਯਾਰ, ਉਹਨਾਂ ਕੋਲ ਕਿਹੜਾ ਉੱਥੇ ਕੋਈ ਸੀਗਾ, ਰੇਗਿਸਤਾਨ ਹੈਗੇ ਆ ਨਾ, ਉੱਥੇ ਫਰੂਟਸ ਹੁੰਦੇ ਆ। ਅਗਲੇ ਨੇ ਪੈਸੇ ਪੂਸੇ ਬਣਾਉਣੇ ਸੀ, ਚਲੋ ਉੱਧਰੋਂ ਦੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ। ਪ੍ਰਿਥਵੀ ਰਾਜ ਚੌਹਾਨ ਨੂੰ ਵੀ ਹਰਾਉਣ ਵਾਸਤੇ ਹਿੰਦੁਸਤਾਨ ਦੇ ਹੀ ਇੱਕ ਰਾਜੇ ਨੇ ਮੁਹੰਮਦ ਗੋਰੀ ਨੂੰ ਬੁਲਾਇਆ ਸੀ। ਇਹ ਸਾਡਾ ਹਿਸਟਰੀ ਇਤਿਹਾਸ ਆ। ਉਹ ਅੱਜ ਵੀ ਤਾਂ ਗੈਂਗਸਟਰਾਂ ਨੂੰ ਇੱਕ ਦੂਜੇ ਨੂੰ ਪੈਸੇ ਦੇ ਕੇ ਆਪਾਂ ਕਰਦੇ ਹੀ ਆ, ਵੀ ਤੂੰ ਉਹਨੂੰ ਕੰਮ ਕਰਦੇ। ਉਹ ਤਾਂ ਮੈਂ ਕੀ ਗੱਲ ਦੱਸਾਂ ਸ਼੍ਰੀਪਾਲ ਜੀ, ਉਹਦੇ ਵਿੱਚ ਕੀ ਹੋਇਆ ਕਿ ਇੰਡੀਆ ਨੇ ਇੱਕ ਚੀਜ਼ ਸਮਝ ਲਈ, ਜਿਹੜੇ ਇੰਡੀਅਨ ਸੀ, ਕਿ ਅਸੀਂ ਕਿਸੇ ਹੋਰ ਨਾਲ ਕਿਉਂ ਲੜੀਏ।
ਜਿਹੜਾ ਹੁੰਦਾ ਉਹਦੇ ਨਾਲ ਹੱਥ ਮਿਲਾ ਲਓ। ਜਿਹੜੇ ਮੁਗਲ ਸੀ ਉਹਦੇ ਵਿੱਚ ਵੀ ਹਰ ਧਰਮ ਦੇ ਬੰਦੇ ਮਿਨਿਸਟਰ ਸੀਗੇ, ਠੀਕ ਹੈ, ਅੰਗਰੇਜ਼ਾਂ ਨਾਲ ਵੀ ਸਾਰੇ ਮਿਨਿਸਟਰ ਸੀਗੇ। ਫਿਰ ਕਹਾਵਤ ਬਣ ਗਈ ਜੀ ਇੱਥੇ ਟ੍ਰੇਡਰਸ ਬਹੁਤ ਨੇ। ਉਹ ਕਹਿੰਦਾ ਟ੍ਰੇਡਰ ਦੀ ਕਾਹਦੀ ਗੱਲ ਆ, ਸਾਡੇ ਕੋਲ ਸਾਡਾ ਧਰਮ ਠੀਕ ਆ, ਸਭ ਕੁਝ ਠੀਕ ਆ, ਸਾਡਾ ਬਿਜ਼ਨਸ ਚੱਲਦਾ, ਅਸੀਂ ਐਵੇਂ ਲੜੀ ਜਾਈਏ। ਜਾਪਾਨ ਨੇ ਲੜਿਆ, ਦੇਖੋ ਤਾਂ ਕਿੰਨੀ ਡਿਸਟਰਕਸ਼ਨ ਹੋਈ। ਜਰਮਨੀ ਲੜੀ, ਕਿੰਨੀ ਡਿਸਟਰਕਸ਼ਨ ਹੋਈ। ਇਸ ਕਰਕੇ ਜਿਹੜਾ ਸਾਡਾ ਐਟੀਟਿਊਡ ਆ ਨਾ ਕਿ ਕੁਝ ਲੈ ਦੇ ਕੇ ਕੰਮ ਸਾਰ ਲਓ, ਇਹ ਜਿਹੜਾ ਹੈਗਾ ਵਾ ਇਹ ਸਾਡੇ ਕਰਪਸ਼ਨ ਦੀ ਜੜ ਬਣ ਚੁੱਕਿਆ ਵਾ, ਠੀਕ ਹੈ। ਕਰਪਸ਼ਨ ਕਿਵੇਂ ਫੈਲਦੀ ਆ? ਕਰਪਸ਼ਨ ਦੋ ਤਰੀਕੇ ਦੀ ਹੁੰਦੀ ਆ। ਇੱਕ ਜਿਹਨੂੰ ਆਪਾਂ ਕਰਪਸ਼ਨ ਕਹਿੰਦੇ ਆ ਲੇਕਿਨ ਉਹ ਕਰਪਸ਼ਨ ਹੁੰਦੀ ਨਹੀਂ। ਪੁੱਛੋ ਕਿਵੇਂ? ਦੱਸੋ। ਉਹ ਹੁੰਦੀ ਆ ਕਿ ਸਾਡੇ ਮਨ ਦੇ ਵਿੱਚ ਵਹਿਮ ਆ ਕਿ ਸਾਨੂੰ ਕੋਈ ਵੀ ਸੇਵਾ ਚਾਹੀਦੀ ਆ, ਡੀਐਲ ਹੋ ਗਿਆ, ਇਹ ਹੋ ਗਿਆ, ਅਸੀਂ ਨਹੀਂ ਜਾਣਾ ਜੀ, ਆ ਮੇਰਾ ਨਾ ਘਰੇ ਬੈਠੇ ਹੋ ਜਵੇ। ਅੱਛਾ, ਅਸਲੀ ਕਰਪਸ਼ਨ ਉਹ ਆ। ਜਿਹੜੀ ਦੂਜੀ ਕਰਪਸ਼ਨ ਆ, ਹੁਣ ਤੁਸੀਂ ਕਹਿੰਦੇ ਹੋ ਕਿ ਬਈ ਜੀ ਉਹਦਾ 6000 ਦਾ ਚਲਾਨ ਕੱਟਿਆ ਗਿਆ, ਉਹਦਾ 3000 ਦਾ ਚਲਾਨ ਕੱਟਿਆ ਗਿਆ, ਜਾਂ ਕੋਈ ਤੁਹਾਨੂੰ ਪੈਨਲਟੀ ਲੱਗ ਗਈ ਜਾਂ ਕੁਛ ਲੱਗ ਗਿਆ। ਦੇਖੋ ਜਿਹੜੀ ਲੋਕਾਂ 'ਚ ਧਾਰਨਾ ਨਾ ਕਿ ਮੈਂ ਪੈਸੇ ਦੇ ਕੇ ਕੰਮ ਰਫਾ ਦਫਾ ਕਰਾ ਲਿਆ, ਤੁਹਾਡੇ ਪੈਸੇ ਲੱਗੇ ਨਾ, ਜੇ ਤੁਸੀਂ ਨਾ ਲਾਉਂਦੇ ਤਾਂ ਤੁਹਾਡੇ ਖਿਲਾਫ ਐਕਸ਼ਨ ਹੋਣਾ ਸੀ, ਠੀਕ ਹੈ ਨਾ। ਪੁਲਿਸ ਕਹਿੰਦੇ ਤੁਸੀਂ ਆਪ ਸਮਝੌਤਾ ਕਰ ਲਓ, ਕਿਉਂ ਕਰ ਲਓ? ਜੇ ਲੈ ਜਾ ਕੇ ਤੁਹਾਡੀ ਗੱਲ ਨਿਬੜਦੀ ਨਿਬੇੜ ਲਓ, ਕਿਉਂਕਿ ਅੱਗੇ ਵਕੀਲਾਂ ਦੀ ਵੀ ਫੀਸਾਂ ਨੇ, ਫਿਰ ਧੱਕੇ ਵੀ ਆ, ਸਭ ਕੁਝ। ਉਹਨੂੰ ਕੌਣ ਨਹੀਂ ਮੰਨਦਾ? ਜਿਹੜਾ ਬੰਦਾ ਦਾ ਮੈਂ ਤਾਂ ਜੀ ਬੜਾ ਸੱਚਾ ਜੀ, ਮੈਂ ਬੜਾ ਸੱਚਾ, ਮੈਂ ਫਿਰ ਕਹੂੰਗਾ ਕਿ ਤੁਹਾਡੇ ਕੋਲ ਸੱਚ ਦਾ ਸਰਟੀਫਿਕੇਟ ਹੈ? ਅੱਜ ਕੱਲ੍ਹ ਕਿਹਦੇ ਕੋਲ ਟਾਈਮ ਆ ਯਾਰ? ਕਿਹਦੇ ਕੋਲ ਟਾਈਮ ਆ ਸ਼੍ਰੀਪਾਲ? ਕਿਸੇ ਕੋਲ ਟਾਈਮ ਨਹੀਂ ਹੈਗਾ ਅੱਜ ਕੱਲ੍ਹ। ਕਹਿੰਦਾ ਯਾਰ ਕੰਮ ਹੋਵੇ, ਉਹ ਤਾਂ ਭ੍ਰਿਸ਼ਟਾਚਾਰ ਦੀ ਨੀਂਹ ਪੈ ਗਈ ਹੈ। ਉਹ ਯਾਰ ਭ੍ਰਿਸ਼ਟਾਚਾਰ ਪਤਾ ਕੀ ਗੱਲ ਆ? ਆਫਿਸ ਅਰਗੇ ਪ੍ਰੋਗਰਾਮ, ਹਾਂਜੀ, ਜਿਹੜੇ ਕਹਿੰਦੇ ਆ ਬੰਦਾ ਬਜ਼ੁਰਗ ਹੋ ਜਾਂਦਾ। ਮੈਂ ਤੁਹਾਨੂੰ ਆਪਣਾ ਦੱਸ ਦਿੰਦਾ, ਸਾਡੀ ਨਿਸ਼ਾਨਦੇਹੀ ਗਲਤ ਹੋਈ, ਮੇਰੀ ਹੁਣ ਚੌਥੀ ਵਾਰ ਹੋਣ ਜਾ ਰਹੀ ਆ। ਮੈਂ ਕਿਹੜਾ ਭ੍ਰਿਸ਼ਟਾਚਾਰ ਕਰ ਲਿਆ ਜਾਂ ਕੀ ਕਰ ਲਿਆ? ਸਾਡੇ ਨਾਲ ਧੱਕਾ ਹੋਣ ਜਾ ਰਿਹਾ ਸੀਗਾ। ਐਡਮਿਨਿਸਟ੍ਰੇਸ਼ਨ ਦਾ ਕੰਮ ਆ ਕਿ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜੇ ਹੋ, ਪ੍ਰੋਵਾਈਡਡ ਤੁਹਾਨੂੰ ਸਹੀ ਗੱਲ ਕਰਨੀ ਆਉਂਦੀ ਹੋਵੇ। ਇਹ ਤੋਂ ਮੈਨੂੰ ਗੱਲ ਯਾਦ ਆਈ, ਇੱਕ ਬਹੁਤ ਪੁਰਾਣੀ ਕਹਾਣੀ ਆ। ਇੱਕ ਰਾਜੇ ਨੇ ਆਪਣੇ ਰਾਜ ਦੇ ਵਿੱਚ ਬੜਾ ਸੋਚਿਆ ਕਿ ਲੋਕ ਬੜੇ ਸੁਖੀ ਰਹਿ ਰਹੇ ਨੇ। ਉਹਨੇ ਆਪਣੇ ਮਹਿਲ ਦੇ ਬਾਹਰ ਇੱਕ ਘੰਟੀ ਟੰਗਤੀ ਕਿ ਜਿਹਨੂੰ ਵੀ ਕੋਈ ਪ੍ਰੋਬਲਮ ਆਊਗੀ ਉਹ ਘੰਟੀ ਵਜਾ ਦੇਵੇ। ਇੱਕ ਦਿਨ ਸਵੇਰੇ ਸਾਜਰੇ ਉੱਥੇ ਘੰਟੀ ਵੱਜੀ ਤਾਂ ਉਹ ਰਾਜਾ ਸਾਹਿਬ ਨੇ ਪੁੱਛਿਆ ਕਿ ਕੌਣ ਆ ਫਰਿਆਦੀ? ਜਦੋਂ ਬਾਹਰ ਦੇਖਿਆ ਤੇ ਇੱਕ ਘੋੜਾ ਖੜਾ ਸੀਗਾ। ਅੱਛਾ, ਬੰਦੇ ਨੇ ਸੋਚਿਆ ਕਿ ਉਹ ਜਿਹੜਾ ਘੋੜਾ ਜਿਹੜੀ ਰੱਸੀ ਆ ਉਹਨੂੰ ਖਾ ਰਿਹਾ ਵਾ, ਤਾਂ ਘੰਟੀ ਵੱਜ ਰਹੀ ਆ। ਉਹਨੂੰ ਜਦੋਂ ਭਜਾਉਣ ਲੱਗੇ, ਇਹ ਰਾਜੇ ਦੀ ਨਜ਼ਰ ਸੀ, ਉਹਦੀ ਸਮਝ ਸੀ। ਉਹ ਕਹਿੰਦਾ ਨਾ, ਕਹਿੰਦਾ ਘੋੜੇ ਦੇ ਹਾਲਾਤ ਦੇਖੋ, ਦੁਬਲਾ ਪਤਲਾ ਪਿਆ ਵਾ, ਇਹਨੂੰ ਖਾਣ ਨੂੰ ਨਹੀਂ ਮਿਲ ਰਿਹਾ, ਇਹਦੇ ਮਾਲਿਕ ਨੂੰ ਲੈ ਕੇ ਆਓ। ਉਹ ਇੱਕ ਜਾਨਵਰ ਨੂੰ ਵੀ ਪਤਾ ਕਿ ਜੇ ਮੈਨੂੰ ਲੋੜ ਪਈ ਹੈ ਮੈਂ ਕਿੱਥੇ ਜਾਣਾ। ਸਾਡੇ ਲੋਕ ਤਾਂ ਉਹ ਤੋਂ ਵੀ ਬੱਤਰ ਆ। ਆਹਾ, ਬੜੀ ਵਧੀਆ। ਮੈਂ ਕਹਿੰਦਾ ਹਰੇਕ ਚੀਜ਼ ਨੂੰ ਮਾੜਾ ਕਹਿੰਦੇ ਆ ਤੁਸੀਂ। ਮੈਂ ਕਹਿੰਦਾ ਚੈਲੰਜ ਲਾ ਲਓ, ਆ ਸੁਵਿਧਾ ਸੈਂਟਰ ਆ ਇੱਥੇ, ਕਹਿੰਦੇ 15 ਦਿਨ ਬਾਅਦ ਹੋਣਾ, ਪਰਾਠੇ ਛੱਕ ਕੇ ਸਵੇਰੇ ਪਹੁੰਚ ਜਾਂਦੇ। ਪੈਸੇ ਖਾ ਲੇ, ਕੋਈ ਇਹ ਨਹੀਂ, ਕੋਈ ਉਹ ਨਹੀਂ, ਕੋਈ ਤੁਹਾਡਾ ਸਿਸਟਮ ਡਾਊਨ ਆ, ਕੁਛ ਆ। ਸਾਡੇ ਤਾਂ ਇੱਥੇ ਪੈਸੇ ਦੇ ਕੇ ਮੁੱਲ ਲੜਾਈ ਲੈਣ ਦਾ ਸ਼ੌਕ ਆ ਸਾਰਿਆਂ ਨੂੰ। ਨਹੀਂ, ਇੱਕ ਸਰਕਾਰ ਵੀ ਕਰਦੀ ਬਈ ਆਨਲਾਈਨ ਸਿਸਟਮ ਕਰਦੇ ਵੀ ਭ੍ਰਿਸ਼ਟਾਚਾਰ। ਬੜੇ ਲੋਕ ਜਿਹੜੇ ਪੈਸੇ ਖਾਂਦੇ ਸੀਗੇ, ਜਿੰਨੇ ਵੀ ਆਪਣੇ ਮੀਡੀਅਮ ਮੈਨ ਹੁੰਦੇ ਸੀ, ਮੀਡੀਅਮ ਵਿੱਚ ਹੁੰਦੇ ਸੀਗੇ, ਏਜੰਟ ਹੁੰਦੇ ਸੀਗੇ, ਉਹਨਾਂ ਦੇ ਪੈਸੇ ਰੋਜੀ ਰੋਟੀ ਮਰ ਜਾਂਦੇ। ਜੇ ਆਨਲਾਈਨ ਸਿਸਟਮ ਹੋ ਗਿਆ ਫਿਰ ਕੀ ਕਰਨਗੇ ਉਹ? ਇਹ ਸਰਕਾਰ ਨੂੰ ਚਾਹੀਦਾ ਵੀ ਆਨਲਾਈਨ ਸਿਸਟਮ ਕਰ। ਦੇਖੋ, ਮੈਂ ਤਾਂ ਪਹਿਲਾਂ ਵੀ ਕਿਹਾ ਸੀ, ਜਿਹੜੇ ਧਨੀ ਸੇਠ ਹੁੰਦੇ ਨਾ, ਕੋਈ ਨਾ ਕੋਈ ਰਾਹ ਲੱਭ ਹੀ ਲੈਂਦੇ। ਹਾਂਜੀ, ਕੋਈ ਨਾ ਕੋਈ ਇਹਦਾ ਵੀ ਰਾਹ ਲੱਭ ਜਾਣਾ। ਅੱਛਾ, ਕਿਉਂਕਿ ਲੋਕੀ ਦੇਣ ਨੂੰ ਤਿਆਰ ਨੇ ਨਾ। ਹਾਂ, ਆਈਸਲੈਂਡ ਦੇ ਵਿੱਚ ਕਰਪਸ਼ਨ ਕਿਉਂ ਨਹੀਂ? ਹਾਂ, ਗ੍ਰੀਨਲੈਂਡ ਦੇ ਵਿੱਚ ਕਰਪਸ਼ਨ ਕਿਉਂ ਨਹੀਂ? ਨਾਰਵੇ 'ਚ ਕਰਪਸ਼ਨ ਕਿਉਂ ਨਹੀਂ? ਕਿਉਂਕਿ ਲੋਕਾਂ ਨੂੰ ਪਤਾ ਵਾ ਇਹ ਮੇਰਾ ਹੱਕ ਆ, ਇਹ ਮੇਰੀ ਸੇਵਾ ਵਾ। ਇੱਥੇ ਜਾਂ ਤਾਂ ਮੈਂ ਗੋਡੇ ਫੜ ਲੂੰਗਾ ਜਾਂ ਮੈਂ ਕਾਲਰ ਫੜ ਲੂੰਗਾ। ਯੂ ਆਰ ਅ ਪਬਲਿਕ ਸਰਵੈਂਟ, ਯੂ ਆਰ ਅ ਸਰਵੈਂਟ। ਕਮਾਲ ਆ ਯਾਰ, ਐਵੇਂ ਥੋੜ੍ਹਾ ਨਾ ਕੋਈ ਗੱਲ ਹੁੰਦੀ ਹੈ। ਕੋਈ ਅਫਸਰ ਆ, ਕੋਈ ਗੱਲ ਆ, ਕੋਈ ਬਾਤ ਆ, ਉਹਨਾਂ ਤੇ ਜਾ ਕੇ ਦੇਖੋ ਉਹਨਾਂ ਕੋਲ ਕਿੰਨਾ ਕੁ ਇਨਫਰਾਸਟਰਕਚਰ ਆ। ਹੈਰਾਨੀ ਦੀ ਗੱਲ ਆ ਵਾ ਕਿ ਸਾਡੇ ਸਕੂਲ ਵੱਧਦੇ ਜਾ ਰਹੇ ਤੇ ਉਨੇ ਹੀ ਸਾਡੇ ਬੱਚਿਆਂ 'ਚ ਡਿਪਰੈਸ਼ਨ, ਸਟ੍ਰੈਸ, ਇੰਨਾ ਕੁਝ ਵੱਧਦਾ ਜਾ ਰਿਹਾ। ਜੇ ਸਾਨੂੰ ਚੀਜ਼ ਵਧੀਆ ਮਿਲ ਰਹੀ ਹੈ ਤਾਂ ਵਧੀਆ ਕਿਉਂ ਨਹੀਂ ਮਿਲ ਰਹੀ? ਸਾਨੂੰ ਉਹਦੇ ਨਾਲ ਜਿਹੜੇ ਇਲ ਇਫੈਕਟਸ ਆ ਉਹ ਕਿਉਂ ਮਿਲ ਰਹੇ ਆ? ਬੱਚੇ ਨਸ਼ੇ ਵੱਲ ਕਿਉਂ ਪਾਸੇ ਜਾ ਰਹੇ ਆ? ਆਪਾਂ ਵਿਆਹ ਸ਼ਾਦੀ ਦੀ ਗੱਲ ਕੀਤੀ, ਆ ਜੀ 15 ਲੱਖ ਦੇਤਾ। ਇੱਕ ਪਾਸੇ ਕਿੰਨੇ ਕੁੜੀ ਡਿਪੋਰਟ ਹੋਵੇ, ਕਿਵੇਂ ਹੋ ਜੂਗੀ ਕੁੜੀ ਡਿਪੋਰਟ? ਯਾਰ ਮੁੰਡੇ ਨਹੀਂ ਡਿਪੋਰਟ ਹੋਏ ਅੱਜ ਤੱਕ। ਕੋਈ ਨਹੀਂ ਹੁੰਦਾ, ਇੱਕ ਵਾਰ ਜਿਹੜਾ ਬਾਹਰ ਚਲਾ ਗਿਆ ਕੋਈ ਡਿਪੋਰਟ। ਉਹ ਯਾਰ ਗੱਲ ਆ ਵਾ, ਉਹ ਕਹਿੰਦੇ ਜੀ ਉਹਨੇ ਕੀਤੀ ਜੀ, ਉਹਨੇ ਕਿਹਾ ਮੈਂ ਸਾਈਡ ਕਰਨ ਲੱਗਿਆ, ਉਹਨੇ ਕਿਹਾ ਓਕੇ। ਬੰਦਾ ਕੀ ਉਹਨੇ ਕੀਤਾ 50 ਵਾਰੀ ਕਿਹਾ ਹੋਵੇ ਉਹਨੂੰ। ਉਹ ਤਾਂ ਹੈ ਹੀ ਗੱਲ। ਇੱਕ ਬੰਦੇ ਕੁੜੀਆਂ ਕਹਿੰਦੀਆਂ 50 ਵਾਰੀ, ਆਪਣੇ ਹੱਥ ਵੱਢ ਲੈਂਦੀਆਂ ਨੇ। 95% ਕੁੜੀਆਂ ਸੁਸਾਈਡ ਟਰਾਈ ਕਰਦੀਆਂ, ਮਰਦੀਆਂ ਨਹੀਂ ਹੈਗੀਆਂ। ਹੈ ਸਾਡੇ ਤਾਂ ਇੱਥੇ ਗੱਲ ਤੇ ਹੀ ਤੁਸੀਂ ਜਿਹੜੇ ਸਾਡੇ ਗਾਣੇ ਨੇ, ਸਿੱਧੂ ਵਰਗੇ ਜੇ ਗਾਣੇ ਸੁਣੂਗਾ ਉਹ ਕਹੂਗਾ ਬਸ ਜੀ ਬਸ ਮੁੱਛ ਖੜੀ ਹੋਣੀ ਚਾਹੀਦੀ ਹੈ। ਤੁਸੀਂ ਉਹ ਸੋਚੋ ਕਿ ਉਹ ਗਾਣੇ ਸੁਣ ਕੇ ਜਿਹੜੇ ਬੱਚੇ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਉਹਨਾਂ ਕਪੈਸਿਟੀ ਹੈਗੀ ਆ ਕਿ ਉਹ ਸਿਰਫ ਉਹਨੂੰ ਇੱਕ ਇੰਜੋਏ ਕਰਕੇ ਜਾਣ। ਉਹੀ ਗਾਣੇ ਸਾਊਥ ਦੇ ਵਿੱਚ ਵੀ ਵੱਜਦੇ ਆ, ਉਹੀ ਬੰਬੇ ਵਗੈਰਾ ਵੀ ਵੱਜਦੇ ਆ, ਲੋਕੀ ਆਉਂਦੇ ਇੰਜੋਏ ਕਰਕੇ ਚਲੇ ਜਾਂਦੇ ਆ। ਸਾਡੇ ਤਾਂ ਉਹ ਗਾਣੇ ਦੇ ਵਿੱਚੋਂ ਉਵੇਂ ਹੀ ਜੀਪਾਂ, ਉਵੇਂ ਹੀ ਬੰਦੂਕਾਂ, ਉਹੀ ਪੂਰੀ ਐਕਟਿੰਗ ਕਰ ਰਹੀ ਹੈ, ਉਹ ਵੀ ਪੂਰੀ, ਮਤਲਬ ਜਾਣੀ ਕਿ ਤੁਸੀਂ ਉਸ ਕਰੈਕਟਰ ਦੇ ਵਿੱਚ ਹੀ ਵੜ ਗਏ।
ਤੇ ਜਿਹੜੀ ਹੁਣ ਬੇਈਮਾਨੀ ਹੈਗੀ ਹੈ ਯਾਨੀ ਕਿ ਆਪਣੇ ਹਿੰਦੁਸਤਾਨ 'ਚ ਉਹ ਘਟੂਗੀ ਜਾਂ ਲੋਕਾਂ ਨੂੰ ਅਵੇਅਰ ਹੋਣਾ ਪਊਗਾ ਜਾਂ ਫਿਰ ਕਿੱਦਾਂ ਕਰਨਾ ਪਊਗਾ ਜੇ ਲੋਕੀ ਜਿਹੜੇ ਕਹਿੰਦੇ ਆ ਬੇਈਮਾਨੀ ਸਾਨੂੰ ਤਾਂ ਸਿੱਧਾ ਰਾਹ ਲੈਣਾ ਆਉਂਦਾ ਹੀ ਨਹੀਂ। ਹਾਂ ਸਾਨੂੰ ਤਾਂ ਬਚਪਨ ਤੋਂ ਹੀ, ਮੈਂ ਤੁਹਾਨੂੰ ਕਿਹਾ ਨਾ, ਮੇਰੇ ਪੈਸੇ ਲੈ ਲਓ ਮੈਨੂੰ ਚਮਕਾ ਦਿਓ, ਬਸ ਪੈਸੇ ਦੋ ਤੇ ਕੰਮ ਕਰਾਓ, ਇਹ ਆਦਤ ਪੈ ਗਈ ਹੈ। ਇਲੀਗਲ ਬਿਲਡਿੰਗਾਂ, ਜਿਹੜੇ ਤੁਸੀਂ ਇਲੀਗਲ ਬਿਲਡਿੰਗਾਂ ਬਣਾਉਣੇ, ਜਿਹੜੇ ਤੁਸੀਂ ਉਹਦੇ ਵਿੱਚ ਬੈਠੇ ਹੋ, ਜਦੋਂ ਤੁਹਾਡੇ ਬੱਚੇ ਨਾਲ ਬੈਠੇ ਹੁੰਦੇ ਤੇ ਕੋਈ ਤੁਹਾਡੇ ਕੋਲ ਆ ਕੇ ਕਹਿੰਦਾ ਜੀ ਆਹ ਨੋਟਿਸ ਆ ਗਿਆ, ਤੇ ਤੁਸੀਂ ਸਭ ਤੋਂ ਵੱਡੇ ਐਗਜ਼ਾਮਪਲ ਤੁਸੀਂ ਖੁਦ ਹੋ, ਬੱਚੇ ਤੁਹਾਨੂੰ ਦੇਖਦੇ ਆ। ਮੈਂ ਆਪਣੀ ਵਾਈਫ ਨਾਲ ਜਿਮ ਤੋਂ ਆ ਰਿਹਾ ਸੀ, ਉਹਨੇ ਮਾਸਕ ਨਹੀਂ ਲਾਇਆ, ASI ਸਾਹਿਬ ਨੇ ਰੋਕ ਲਿਆ। ਮੇਰੀ ਵਾਈਫ ਨੇ ਮੂੰਹ ਇੱਧਰ ਕਰ ਲਿਆ, ਮੈਂ ਕਿਹਾ ਕੋਈ ਫਰਕ ਨਹੀਂ ਪੈਂਦਾ, ਮੈਂ ਕਿਹਾ ਜੀ ਤੁਸੀਂ ਚਲਾਨ ਕੱਟ ਦਿਓ। ਮੈਂ ਕਿਹਾ ਕਿੰਨੇ ਦਾ? ਕਹਿੰਦਾ 1000 ਰੁਪਏ ਦਾ। ਮੇਰਾ ਮਾਸਕ ਲੱਗਿਆ ਸੀ, ਉਹਦਾ ਨਹੀਂ ਲੱਗਿਆ ਸੀ। ASI ਸਾਹਿਬ ਨੂੰ ਲੱਗਿਆ ਕਿ ਵਕੀਲ ਦੀ ਗੱਡੀ ਆ, ਸਟicker ਲੱਗਿਆ, ਉਹਨੇ ਉਸੇ ਟਾਈਮ ਹੀ ਕੈਮਰਾ ਕੱਢ ਕੇ ਵੀ ਤੁਸੀਂ ਆਹ ਦੇਖੋ ਕਿ ਉਹਦੇ ਮਨ ਦੇ ਵਿੱਚ ਕਿੰਨਾ ਹੋ ਸੀਗਾ ਕਿ ਵਕੀਲ ਆ, ਕੱਲ ਨੂੰ ਮੇਰੀ ਕੰਪਲੇਂਟ ਨਾ ਕਰ ਦੇਵੇ ਕਿ ਜੇ ਮੇਰੀ ਵਾਈਫ ਨੂੰ ਗਲਤ ਬੋਲਿਆ, ਇਹ ਬੋਲਿਆ। ਉਹ ਆਪਣੀ ਡਿਊਟੀ ਕਰਨ ਨੂੰ ਵੀ ਵਿਚਾਰੇ ਐਡਾ ਜੱਬ, ਆਪ ਪੁੱਛੋ ਹੀ ਨਾ ਹੈ। ਆਪਾਂ ਕੀ ਕਿਹਾ? ਆਪਾਂ ਕਿਹਾ ਜੀ ਆ 1000 ਰੁਪਏ। ਉਹ ਕਹਿੰਦਾ ਥੈਂਕ ਯੂ ਜੀ। ਮਿੰਟ 5 ਲੱਗੇ। ਅੱਛਾ, ਜਿਹੜੇ ਬੰਦੇ ਫੋਨ ਕੱਢ ਕੇ ਕਰ ਲੈਂਦੇ ਆ, ਉਹਨਾਂ ਦਾ 15 ਮਿੰਟ ਐਸੇ ਗੇੜੇ ਕਢਾਉਂਦੇ ਆ ਨਾ, ਉਹਨੂੰ ਪੂਰਾ VIP ਫੀਲ ਕਰਾਉਂਦੇ ਆ ਕਿ ਤੇਰੇ ਵਾਸਤੇ ਪੁਲਿਸ ਵਿਹਲੀ ਬੈਠੀ ਆ, ਤੂੰ ਫੋਨ ਤੇ ਲੱਗ ਜਾ ਤੇ ਗੱਲਾਂ ਕਰਾਈ ਚੱਲ, ਇਹਦੇ ਨਾਲ ਗੱਲ ਕਰਾ ਲਾ, ਉਹਦੇ ਨਾਲ ਜਨਾਬ ਪਤਾ ਗੱਲ ਕੀ ਆ, ਪੁਲਿਸ ਵਾਲੇ ਹੋ ਗਏ, ਨੇਤਾ ਲੋਕ ਹੋ ਗਏ, ਨਾਲੇ ਫੋਨਾਂ ਦਾ ਛੱਡ ਦਿੰਦੇ ਆ, ਉਹ ਤਾਂ ਚੱਲਦੀਆਂ ਨੇ ਸਾਰੇ ਸਿਫਾਰਸ਼ਾਂ ਇੱਥੇ। ਨਹੀਂ ਦੇਖੋ, ਤਾਂ ਭਾਈ ਤੁਸੀਂ ਆਪਣਾ ਦੇ ਤੇ ਪੈਸੇ ਨਹੀਂ ਦੇ, ਇੱਥੇ ਤਾਂ ਫੋਨ ਤੇ ਤਾਂ ਕੰਮ ਹੁੰਦੇ ਆ ਭਾਈ, 99% ਹੁੰਦੇ ਆ। ਪੁਲਿਸ ਵਾਲੇ ਦੇ ਆਪਣੇ ਮੁੰਡੇ ਹੁੰਦੇ ਆ, ਗਲੀ ਮੁਹੱਲੇ ਜਿਹਨਾਂ ਵਾਲੇ ਹੁੰਦੇ ਆ, ASI ਵਗੈਰਾ ਜਿਹੜੇ ਹੁੰਦੇ ਪੁਲਿਸ ਵਾਲੇ ਹੁੰਦੇ ਆ, ਉਹ ਚਾਚਾ ਹੀ ਛੱਡ ਦਿਓ ਆਪਣਾ। ਅੱਛਾ ਜਾ ਕਾਕਾ ਜਾ, ਪਹਿਲੇ ਤੁਸੀਂ ਗੱਲ ਨਹੀਂ ਸਮਝੇ, ਉਹਦੇ ਕਰਕੇ ਤਾਂ 15 ਮਿੰਟ ਲਵਾ ਦਿੰਦੇ ਆ। ਹਾਂ, ਜਾਣ ਕੇ ਇਹ ਤੋਂ ਫੋਨ ਕਰਾ, ਉਹ ਤੋਂ ਕਰ, ਇਹ ਕਰ, ਉਹ ਕਰ, ਲਿਹਾਜ਼ ਕਰ, ਉਹ ਕਰ, ਪੈਸੇ ਛੜਾ ਲੈਂਦੇ, ਦਿੰਦੇ ਨਹੀਂ ਉਹ। ਹੁਣ ਕੀ ਆ, ਹੁਣ ਕੈਮਰੇ ਲੱਗੇ ਆ। ਹਾਂ, ਕੈਮਰੇ ਨਾਲ ਫੋਟੋ ਖਿੱਚੀ ਜਾਂਦੀ ਹੈ, ਕੈਮਰੇ ਨਾਲ ਫੋਟੋ ਖਿੱਚੀ ਜਾਂਦੀ ਆ। ਮੈਂ ਪਹਿਲਾਂ ਹੀ ਕਿਹਾ, ਜਿਹੜਾ 500 ਰੁਪਏ ਦਾ ਚਲਾਨ ਸੀ ਅੱਜ 5000 ਦਾ ਕਿਉਂ ਹੋ ਗਿਆ? ਸਾਡੀ ਹਰਕਤਾਂ ਕਰ, ਕਿਉਂਕਿ ਲੋਕੀ ਹੈਲਮਟ ਨਹੀਂ ਪਾਉਂਦੇ, ਮਰਦੇ ਆ। ਲੋਕਾਂ ਨੂੰ ਸਰਕਾਰ ਨੇ ਤਾਂ ਬਚਾਉਣੇ ਆ। ਅੱਛਾ, ਕੀ ਕਹਿੰਦੇ ਵੀ ਸਾਡੇ ਪੁਲਿਸ ਵਾਲੇ ਪੈਸੇ ਲੈ ਲੈਂਦੇ, ਪੈਸੇ ਤੁਸੀਂ ਕਿਉਂ ਦਿੰਦੇ? 500 ਦੇ 500 ਦੋ, ਫਿਰ 300 ਦੇ। ਹਾਂ, ਜੇ ਇੰਨਾ ਹੀ ਸੱਚਾ ਪੂਰਾ ਚਲਾਨ ਕਟਾ। ਹਾਂ, ਉਹ ਕਹਿੰਦੇ 300 ਦਾ ਬਚੇ, ਜੇ 500 ਚਲਾਣਾ 300। ਅੱਛਾ, ਫਿਰ ਉਹ ਦੇ ਕੇ ਨਾ ਫਿਰ ਬਾਹਰ ਆ ਕੇ ਹਾਂ 300 ਸਰ ਗਿਆ, 300 ਦੀ। ਅੱਛਾ, ਬਾਹਰ ਆ ਕੇ 100 ਰੁਪਏ ਦੀ ਮਾਰਨੀ ਹੈ, ਐ ਆ ਕੇ ਬਾਹਰ ਬਕਵਾਸ ਮਾਰਨਗੇ। ਹਾਂ, ਪਹਿਲੇ ਦਿੰਦੇ ਪੈਸੇ ਕੱਢ, ਬਾਬੂ ਜੀ ਮਾਫ ਕਰ ਦਿਓ। ਹਾਂ, ਉਹਦੇ ਗੋਡੇ ਫੜ ਲੈਂਦੇ, ਕਹਿੰਦੇ ਦੇਖੋ ਉਹਨਾਂ ਦੀ ਵੀਡੀਓ ਪੁਲਿਸ ਦਾ ਫਿਰ ਸਾਈਡ ਤੇ ਜਾਂਦਾ, ਕਿੰਨੇ ਜਾਂ 200 300 ਦੇ ਦਿਓ। ਯਾਰ ਦੇਖੋ, ਗੱਲ ਉਹ ਨਹੀਂ ਹੈ, ਗੱਲ ਹੈਗੀ ਆ, ਉਹ ਵੀ ਤਾਂ ਜੁਰਮਾਨਾ ਹੀ ਆ। ਜੁਰਮਾਨਾ ਹੀ ਆ, ਉਹ ਵੀ ਤਾਂ ਜੁਰਮਾਨਾ ਹੀ ਆ। ਇੱਧਰ ਨਹੀਂ ਦਿੱਤਾ, ਉੱਧਰ ਦੇਤਾ, ਇੱਧਰ ਵੀ ਉੱਧਰ ਦੇਤਾ। ਉਲਟਾ ਮੈਂ ਤਾਂ ਹੱਸ ਕੇ ਆ ਸੋਚਦਾ ਹੁੰਨਾ ਕਿ ਬਚਿਆ ਕੀ ਆ। ਹਾਂ, ਬਚਾਇਆ ਕੀ? ਮੈਂ ਕਹਿੰਦਾ ਸਰਕਾਰ ਨੂੰ ਜੁਰਮਾਨੇ ਦੀ ਜਗ੍ਹਾ ਹੋਰ ਪੈਨਲਟੀ ਲਾਣੀ ਚਾਹੀਦੀ ਹੈ ਵੀ ਕੋਈ ਬੰਦੇ ਦੇ ਬਜਟ ਭੋਜਨ ਜਿੱਦਾਂ ਪਿੱਠੂ ਲਾਉਂਦੇ ਸੀ ਮਿਲਟਰੀ ਦੇ ਵਿੱਚ, ਇਦਾਂ ਤਾਂ ਕਰ ਦੇਣਾ ਚਾਹੀਦਾ ਕੰਮ, ਬੰਦੇ ਪਿੱਠੂ ਲਾ ਦਿਓ। ਦੇਖੋ ਅਸੀਂ ਨਾ ਇੱਕ ਮੁਹਿੰਮ ਚਲਾਈ ਸੀਗੀ, ਇੱਕ ਸਾਡੇ ਨਾਲ ਇੱਕ ਹੋਰ ਮੀਡੀਆ ਕਰਮੀ ਸੀਗੇ, ਤੇ ਅਸੀਂ ਉਹਨਾਂ ਨਾਲ ਮੁਹਿੰਮ ਚਲਾਈ ਸੀਗੀ ਕਿ ਸ਼ਾਇਦ ਤੁਸੀਂ ਵੀ ਸੁਣਿਆ ਹੋਣਾ ਕਿ ਲੁਧਿਆਣਾ ਚੰਡੀਗੜ੍ਹ ਕਿਉਂ ਨਹੀਂ ਬਣ ਸਕਦਾ। ਉਹਨੂੰ ਹੋ ਗਏ 7-8 ਸਾਲ। ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਵਾਇਲੇਟਰਸ ਨੇ 2-3 ਵਾਰੀ ਵਾਇਲੇਟ ਕਰਦੇ ਆ, ਉਹਨਾਂ ਨੂੰ ਕਲਾਸਾਂ 'ਚ ਬਿਠਾ ਦਿਓ, 1 ਘੰਟੇ ਦੀ ਕਲਾਸ ਲਾਓ ਉਹਨਾਂ ਦੀ ਕਿ ਬਈ ਤੁਸੀਂ ਵਾਇਲੇਟ ਨਹੀਂ ਕਰਨਾ। ਜਿਵੇਂ ਹੈਵੀ ਟਰੱਕ ਵਾਲੇ ਹੋ ਗਏ, ਇਹ ਹੋ ਗਏ, ਉਹ ਹੋ ਗਏ। ਫਿਰ ਹੋਇਆ ਸੀਗਾ ਕ੍ਰੇਨ ਲਿਆ ਕੇ ਜਿਹੜੀ ਰੌਂਗ ਪਾਰਕਿੰਗ ਹੁੰਦੀ ਹੈ ਉੱਥੋਂ ਗੱਡੀ ਚੱਕ ਕੇ ਲੈ ਜਾਂਦੇ। ਸਾਡੇ ਇੱਥੇ ਇੰਨੇ ਬੰਦੇ ਸਿਆਣੇ ਨੇ, ਚੱਕ ਕੇ ਹਾਈ ਕੋਰਟ ਰਿਟ ਲੱਦ ਕੇ 19 ਲੱਖ ਰੁਪਏ ਇਕੱਠਾ ਹੋਇਆ। ਦੱਸੋ ਇਹਨਾਂ ਕੋਲ ਕੀ ਅਥਾਰਟੀ ਇਕੱਠਾ ਕਰਨ ਦੀ? ਇੱਥੇ ਤਾਂ ਦੇਖੋ, ਸਾਡੀ ਤਾਂ ਆਦਤ ਆ ਕਿ ਹਰੇਕ ਕੰਮ ਦੇ ਵਿੱਚ ਵਾਅਦਾ ਪਾਉਣ ਦੀ। ਜੇ ਕੋਈ ਅੱਗੇ ਵੱਧ ਰਿਹਾ ਸੀ ਉਹਦੇ ਵਿੱਚ ਅੜੰਗੀ ਫਸਾਉਣੀ ਆ, ਠੀਕ ਹੈ ਨਾ, ਆਪਣੀ ਈਗੋ ਕੱਢਣੀ ਆ। ਸਾਡੀ ਛੋਟੀ ਰਿਆਸਤਾਂ ਨੇ, ਹਰੇਕ ਬੰਦਾ ਆਪਣੀ ਛੋਟੀ ਜਿਹੀ ਰਿਆਸਤ 'ਚ ਬੈਠਾ ਵਾ ਹੈ, ਉਹਦੇ 'ਚ ਆਪਣੀ ਛੋਟੀ ਜਿਹੀ ਉਹ ਕੀ ਕਹਿੰਦੇ ਤਲਵਾਰ ਜੀ ਲੈ ਕੇ, ਹਾਂ, ਝੰਡਾ ਲਾ ਕੇ ਛੋਟਾ ਬੈਠਾ ਵਾ। ਉਹ ਸਵੇਰੇ ਹੀ ਉੱਠ ਕੇ ਦੇਖਣ ਲੱਗਦਾ ਕਿ ਇਹਨੇ ਇੱਧਰ ਕਰ ਲਿਆ, ਮੈਂ ਇੱਧਰ ਜਾਵਾਂ। ਇੱਥੇ ਛੋਟੀ ਰਿਆਸਤਾਂ ਨੇ ਸਾਰੀਆਂ, ਛੋਟੇ ਘਰ ਬੰਦੇ। ਉਹ ਜਿਹੜੀ ਰਿਆਸਤਾਂ ਨੇ ਫਿਰ ਉਹ ਵੱਡੀ ਰਿਆਸਤ ਨੂੰ ਫਿਰ ਉਹਦੇ ਉਹ ਕਰਦੀ ਨਾ ਤਾਜਪੋਸ਼ੀ, ਫਿਰ ਉਹਨੂੰ ਕੀ ਕਹਿੰਦੇ ਨਜ਼ਰਾਨਾ ਦਿੰਦੇ, ਨਜ਼ਰਾਨਾ। ਹਾਂ, ਦਿੰਦੇ ਆ। ਅਸੀਂ ਪੂਨੇ ਪੜ੍ਹਦੇ ਸੀ ਯਾਰ, ਪੂਨੇ ਦੀ ਗੱਲ ਦੱਸੋ। ਅਸੀਂ ਸੈਕੰਡ ਈਅਰ ਦੇ ਵਿੱਚ ਅਸੀਂ ਮੋਟਰਸਾਈਕਲ ਤੇ ਜਾ ਰਹੇ, ਲਾਲ ਲਾਈਟ ਤੇ ਖੜੇ, ਲਾਲ ਲਾਈਟ ਤੋਂ 5 ਸੈਕਿੰਡ ਰਹਿ ਗਏ ਤੇ ਸਾਨੂੰ ਲੱਗਿਆ ਅਸੀਂ ਕਲਾਸ ਲੇਟ ਹੋ ਗਏ। ਅਸੀਂ ਨਾ ਧਿਆਨ ਨਹੀਂ ਦਿੱਤਾ ਸੀ, ਜਦੋਂ ਕਰਨ ਲੱਗੇ ਮਾੜਾ ਮੀਂਹ ਪਿਆ ਸੀਗਾ। ਅੱਗੇ ਨਾ ਇੱਕ ਹੈਡ ਕਾਂਸਟੇਬਲ ਸਾਹਿਬ ਸੀਗੇ, ਉਹ ਇੱਕਦਮ ਮੂਹਰੇ ਆ ਗਏ। ਉਹ ਮੂਹਰੇ ਆਏ ਤੇ ਅਸੀਂ ਥੋੜਾ ਘਬਰਾ ਗਏ ਤੇ ਉਹ ਬਾਈਕ ਸਾਡਾ ਸਲਿੱਪ ਹੋ ਗਿਆ, ਅਸੀਂ ਥੱਲੇ ਡਿੱਗ ਗਏ। ਤੁਹਾਨੂੰ ਪਤਾ ਉਸ ਹੈਡ ਕਾਂਸਟੇਬਲ ਸਾਹਿਬ ਨੇ ਸਾਨੂੰ ਉਠਾਇਆ, ਮੋਟਰਸਾਈਕਲ ਸਾਈਡ ਤੇ ਲਾਇਆ। ਪਤਾ ਉਹਨੇ ਸਾਨੂੰ ਕੀ ਕਿਹਾ? ਕਹਿੰਦਾ ਯਾਰ 5 ਸੈਕਿੰਡ ਕੀ ਤੋਂ ਬਾਅਦ ਸੀ। ਹਾਂ, ਆਧਾ ਘੰਟਾ ਲੱਗ ਗਿਆ। ਨਹੀਂ ਕਹਿੰਦਾ 5 ਸੈਕਿੰਡ ਕੀ ਤੋਂ ਬਾਅਦ ਸੀ। ਉਹਨੇ ਆਹ ਨਹੀਂ ਕਿਹਾ ਹੈਲਮਟ ਨਹੀਂ ਪਾਈ, ਉਹਨੇ ਦੇਖ ਲਿਆ ਕਿ ਨਾ ਸੱਟ ਲੱਗੀ। ਹਾਂ, ਉਹਨੇ ਸਾਨੂੰ ਆਹ ਨਹੀਂ ਕਿਹਾ ਕੁਛ, ਉਹਨੇ ਸਾਨੂੰ ਕੋਈ ਪੈਸੇ ਨਹੀਂ ਕਿਹਾ, ਉਹਨੇ ਸਾਨੂੰ ਕੁਛ ਨਹੀਂ ਕਿਹਾ। ਉਹ ਕਹਿੰਦਾ ਯਾਰ 5 ਸੈਕਿੰਡ ਕੀ ਬਾਤ। ਹਾਂ, ਰੁਕ ਜਾਂਦੇ। ਮਤਲਬ ਗਲਤੀ ਉਹਨੇ ਸਾਡੀ ਦਿਖਾਤੀ ਤੇ ਸਾਨੂੰ ਉੱਥੇ ਅਸੀਂ ਕਿਹਾ ਸਰ ਸੌਰੀ। ਅਸੀਂ ਕਦੇ ਵਗਾਰਾ ਬਾਰੇ ਨਹੀਂ ਸੁਣਿਆ, ਅਸੀਂ ਕੁਝ ਨਹੀਂ ਸੁਣਿਆ, ਸਾਰਾ ਕੁਝ ਇੱਧਰ ਹੀ ਆ ਕੇ ਸੁਣਿਆ। ਪੰਜਾਬ ਦੇ ਵਿੱਚ ਹੀ ਆ, ਪੰਜਾਬ ਹਰਿਆਣਾ ਹਿਮਾਚਲ ਇਹ ਕੰਮ ਵਿੱਚ ਅੱਗੇ ਨੇ। ਉਹ ਬਈ ਪੰਜਾਬ ਫਿਰ ਪੰਜਾਬ ਆ ਨਾ, ਫਿਰ ਜਦੋਂ ਐ ਮੁੱਛ ਖੜੀ ਹੋਣੀ ਚਾਹੀਦੀ ਆ ਤੇ ਅੱਖ ਖੜੀ ਹੋਣੀ ਚਾਹੀਦੀ ਆ। ਹਰੇਕ ਗਾਣੇ 'ਚ ਤਾਂ ਥੀਮ ਚੱਲੀ ਜਾਂਦੀ ਆ।
ਅੱਛਾ ਇੱਕ ਗਾਣਾ ਆ ਅੱਛਾ, ਗਿਆ ਹੁਣ ਕੁੜੀ ਮੈਂ ਦੇਖਿਆ ਉੱਥੇ, ਇੱਕ ਹਾਂਜੀ। ਗਾਣਾ ਆ ਗਿਆ ਕੁੜੀ ਕਹਿੰਦੀ ਜੇ ਤੂੰ ਮੇਰੇ ਨਾਲ ਨਹੀਂ ਕਰਿਆ ਮੈਂ ਤੈਨੂੰ ਕਿਡਨੈਪ ਕਰ ਲੂੰਗੀ। ਅੱਛਾ। ਇੱਕ ਹੋਰ ਗਾਣਾ ਆ ਗਿਆ ਉਹ ਕੁੜੀ ਕਹਿੰਦੀ ਬੁੱਢੇ ਦੇ ਘਰ ਦੇ ਪੂਰੇ ਜਾ ਕੇ ਮੈਂ ਡੀਟ ਪੈਗ ਲਾਊਗੀ। ਓਏ ਓਏ ਹੋਏ ਤੇਰੇ ਘਰ ਦੇ ਪੂਰੇ ਡੀਟ ਪੈਗ ਲਾਇਆ ਦੱਸ ਆ ਲੋ ਬੱਲੇ। ਭਾਈ ਇੱਥੇ ਭ੍ਰਸ਼ਟਾਚਾਰ ਬੇਈਮਾਨੀ ਜਿਹੜੀ ਪੰਜਾਬ ਦੇ ਵਿੱਚ ਫੈਲ ਚੁੱਕੀ ਹੈ, ਇਹਨੂੰ ਨੱਥ ਪਾਉਣਾ ਦੇਖੋ ਗੱਲ ਹੈ ਮੈਂ ਜਿਹਨੂੰ ਤੁਸੀਂ ਭ੍ਰਸ਼ਟਾਚਾਰ ਕਹਿੰਦੇ ਹੋ ਕੋਈ ਭ੍ਰਸ਼ਟਾਚਾਰ ਨਹੀਂ ਹੈਗਾ, ਸਾਡੀ ਨਲਾਇਕੀ ਹੈ। ਕੋਈ ਨਲਾਇਕੀ ਨਹੀਂ ਹੈਗੀ। ਸਿਰਫ ਗੱਲ ਕੀ ਆ ਕਿ ਸਾਡੇ ਲੋਕਾਂ ਦੇ ਅੰਦਰ ਪਤਾ ਕੀ ਆ, ਮੇਰੇ ਤੋਂ ਰੁਪਈਆ ਨਾ ਲਓ ਭਾਵੇਂ ਮੇਰੇ ਗਵਾਂਢੀ ਤੋਂ ਉਹਨੂੰ ਨੰਗਾ ਕਰ ਦੋ। ਓਏ ਸੇਮ ਸਿਰਫ ਆ ਗੱਲ ਆ। ਵਾਹ ਜੀ ਜਿੰਨੇ ਸ਼ਿਕਾਇਤ ਕਰਦੇ ਆ 95% ਇਸ ਕਰਕੇ ਕਰਦੇ ਕਿ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣ। ਉਹਨਾਂ ਨੇ ਸਿਸਟਮ ਨੂੰ ਜਾਮ ਕਰ ਰੱਖਿਆ ਕਿਉਂਕਿ ਸ਼ਿਕਾਇਤ ਕਰਕੇ ਸਿਸਟਮ ਸੁਧਰਦਾ ਹੁੰਦਾ, ਲੋਕਾਂ ਨੇ ਉਹਨੂੰ ਹੀ ਇੱਕ ਮਨੀ ਮੇਕਿੰਗ ਬਣਾ ਲਿਆ। ਬਹੁਤ ਬੁਰੀ ਗੱਲ ਹੈ। ਤੀਰਥ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭ੍ਰਸ਼ਟਾਚਾਰ ਦੇ ਗੱਲ ਕਰਦੇ ਜਦੋਂ ਤੱਕ ਅਸੀਂ ਬਤੌਰ ਇੱਕ ਸਮਾਜ ਨਹੀਂ ਸੋਚਦੇ, ਹਾਂਜੀ ਬਤੌਰ ਇੱਕ ਸਮਾਜ ਨਹੀਂ ਸੋਚਦੇ, ਜਿਵੇਂ ਨਾਰਵੇ ਲੈ ਲਓ, ਪੁਣੇ ਸਾਰਾ ਆਪਣਾ ਪਰਿਵਾਰ ਨਹੀਂ ਸਮਝਦੇ ਹਰ ਬੰਦੇ ਨੂੰ ਜਿੰਨਾ ਯਾਰ ਇੱਥੇ ਜਦੋਂ ਤੱਕ ਰੋਡ ਲੰਘਣ ਜੋਗੀ ਨਾ ਹੋਵੇ ਨਾ ਲੋਕੀ ਦੂਜਾ ਰੋਡ ਕਰ ਲੈਣਗੇ, ਉੱਥੇ ਖੜ ਕੇ ਗਿੜ ਕਰੀ ਜਾਣਗੇ। ਅੱਛਾ ਇੱਥੇ ਮੁੱਦੇ ਪਤਾ ਕਿਵੇਂ ਹੁੰਦੇ, ਜਿਵੇਂ ਖਾਜ ਹੁੰਦੀ ਆ। ਅੱਛਾ ਉੱਠਣ ਕੇ ਖਾਜ ਜੀ ਹੋਈ, 4 ਲਾਈਨਾਂ ਬੋਲਿਆ ਖਾਜ ਕੀਤੀ ਫਿਰ ਬਹਿ ਗਏ। ਹੁਣ ਤੁਸੀਂ ਇੱਕ ਰੋਡ ਕਵਰ ਕੀਤਾ, 4 ਦਿਨ ਬਾਅਦ ਰੋਡ ਬਣ ਗਿਆ। ਹਾਂਜੀ ਤੁਸੀਂ ਕੋਈ ਆਰਟੀਆਈ ਪਾਈ ਨਹੀਂ, ਤੁਸੀਂ ਕਿਸੇ ਨੂੰ ਕੁਝ ਕਿਹਾ ਨਹੀਂ, ਫਿਰ ਜਿਹੜੀ ਚੀਜ਼ ਜਿੱਥੇ ਪਹੁੰਚਣੀ ਸੀ ਪਹੁੰਚ ਗਈ। ਲੇਕਿਨ ਤੁਸੀਂ ਉਹਦੀ ਜਗ੍ਹਾ 10 ਵਾਰੀ ਹੋਰ ਰੋਡ ਕਵਰ ਕੀਤੇ ਆ, ਉਹ ਕਿਉਂ ਨਹੀਂ ਬਣੇ? ਕਿਉਂਕਿ ਜਿੰਦਾ ਲਾਸ਼ਾਂ ਨੇ, ਜਿੰਦਾ ਲਾਸ਼ਾਂ। ਬਹੁਤ ਬੁਰਾ ਹਾਲ ਆ, ਬਹੁਤ ਬੁਰਾ ਹਾਲ ਆ ਭਾਈ, ਬਹੁਤ ਬੁਰਾ ਹਾਲ। ਸਿਸਟਮ ਨੂੰ ਕਹਿ ਗਿਆ ਮਰ ਕੇ, ਤਾਂ ਹੀ ਮੈਂ ਕਿਹਾ ਸਰਕਾਰ ਨੂੰ ਕਿ ਤੁਸੀਂ ਇਧਰੋਂ ਦੀ ਕੋਈ ਬੱਸ ਚਲਾ ਦਿਓ, ਕੈਨੇਡਾ ਕਨੂਡਾ ਨੂੰ ਭੇਜ ਦਿਓ। ਸਾਰੇ ਚੱਲ ਪੈਣਗੇ ਕੈਨੇਡਾ ਤੇ ਜਾਣਗੇ। ਕਿ ਜਿਹੜੇ ਘੱਟੋ ਘੱਟ ਪਿੱਛੇ ਬੈਠੇ ਆ ਉਹਨਾਂ ਦਾ ਉਹਨਾਂ ਦਾ ਕਰ ਲੈਣ ਤੋਂ, ਨਹੀਂ ਤਾਂ ਸਾਰਾ ਦਿਨ ਬੈਠੇ ਇੱਕ ਹੀ ਚੀਜ਼ ਬੋਲਿਆ, ਕੋਈ ਸਿਸਟਮ ਨਹੀਂ, ਕੋਈ ਸਿਸਟਮ ਨਹੀਂ, ਕੋਈ ਸਿਸਟਮ ਤੇ ਲੈ ਜਾਓ, ਜਾ ਕੇ ਬੱਸ ਭਰ ਕੇ ਲੈ ਜਾਓ। ਸਿਸਟਮ ਤੁਹਾਡੇ ਘਰ ਵਰਗਾ ਵਾ, ਜੇ ਤੁਹਾਡੀ ਛੱਤ ਚੋਂਦੀ ਆ ਉਹਨੂੰ ਤੁਸੀਂ ਠੀਕ ਕਰਨਾ, ਲੇਕਿਨ ਉਹਨੂੰ ਠੀਕ ਕਰਨ ਦਾ ਤਰੀਕਾ ਹੁੰਦਾ। ਤੁਸੀਂ ਜਿਹਨੇ 10 ਸਾਲ ਪਹਿਲਾਂ ਉਹ ਛੱਤ ਬਣਾਈ ਹੈ, ਤੁਸੀਂ ਉਸ ਮਿਸਤਰੀ ਨੂੰ ਕੰਨ ਤੋਂ ਫੜ ਕੇ ਲਿਆ ਕੇ ਤੁਹਾਨੂੰ ਆ ਨਹੀਂ ਕਹਿ ਸਕਦੇ ਕਿ ਤੈਨੂੰ ਉਸ ਟਾਈਮ ਪੈਸੇ ਦੀ ਛੱਤ ਕਿਵੇਂ ਲੀਕ ਹੋਈ। ਇਹ ਹੁਣ ਆਪਣੇ ਤੁਸੀਂ ਸਰਕਾਰ ਨੂੰ ਜਿਹੜਾ ਬਾਰ-ਬਾਰ ਕਹਿੰਦੇ ਹੋ ਨਾ ਕਿ ਬਈ ਕੀ ਕਹਿੰਦੇ ਸਰਕਾਰ ਇਹ ਸਰਕਾਰ ਉਹ, ਤੁਸੀਂ ਆਪ ਠੀਕ ਰਹੋ, ਤੁਹਾਡਾ ਆਪਣਾ ਵਿਹਾਰ ਤਾਂ ਠੀਕ ਨਹੀਂ ਹੈਗਾ, ਲੋਕਾਂ ਦਾ ਵਿਵਹਾਰ ਨਹੀਂ ਠੀਕ ਹੈਗਾ। ਸਭ ਤੋਂ ਲੋਕਾਂ ਨੂੰ ਆਪ ਸੁਧਰੋ, ਆਪ ਸੁਧਰੋਗੇ ਤਾਂ ਜਗ ਸੁਧਰੇਗਾ ਯਾਰ, ਪਹਿਲੇ ਆਪ ਸੁਧਰੋ। ਯਾਰ ਹੈਰਾਨੀ ਦੀ ਗੱਲ ਆਵਾ ਕਿ ਸਾਡੇ ਬਜ਼ੁਰਗ ਐਡੇ ਮਤਲਬ ਯਾਨੀ ਕਿ ਉਹਨਾਂ ਨੂੰ ਕਹਿੰਦੇ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਨੂੰ ਮਜ਼ਾਕ ਉਡਾਉਂਦੇ ਕਿ ਇੰਨੇ ਜਵਾਕ ਸੀਗੇ, ਉਹ ਸੱਚ ਤੇ ਖੜਦੇ ਸੀ। ਅੱਗੇ ਦੀ ਅੱਗੇ ਸਭ ਕੁਝ ਗਰਕੀ ਕਿਉਂ ਜਾ ਰਿਹਾ? ਗਰਕੀ ਜਾ ਰਿਹਾ ਵੀ, ਮੈਂ ਤਾਂ ਸੋਚਣਾ ਪਊਗਾ ਜਨਾਬ। ਅੰਗਰੇਜ਼ ਜਿਹੜੇ ਸੀਗੇ ਉਹ ਪਹਿਲਾਂ ਉਹਨਾਂ ਦਾ ਬੜਾ ਕਬੀਲਾਵਾਦ ਹੁੰਦਾ ਸੀ, ਅੱਜ ਉਹ ਜਿਵੇਂ ਕਰਦੇ ਹੋ ਅੱਗੇ ਹੀ ਵੱਧਦੇ ਜਾ ਰਹੇ, ਅੱਗੇ ਵੱਧਦੇ ਜਾ ਰਹੇ, ਸਾਡੇ ਲੋਕ ਪਿੱਛੇ ਜਾ ਰਹੇ ਆ, ਪਿੱਛੇ ਨੂੰ ਜਾ ਰਹੇ ਆ, ਅਸੀਂ ਅੱਗੇ ਵੱਧਦੇ ਜਾ ਰਹੇ। ਛੱਡੋ ਯਾਰ, ਤੁਸੀਂ ਥਾਈਲੈਂਡ ਚਲੇ ਜਾਓ, ਤੁਹਾਨੂੰ ਉੱਥੇ ਹਾਰਨ ਦੀ ਆਵਾਜ਼ ਨਹੀਂ ਆਊਗੀ ਥਾਈਲੈਂਡ। ਲੈ ਤਾਂ ਇੱਥੇ ਤਾਂ ਹਾਰਨ ਚਾਹਤੇ 6 ਹਾਰਨ ਮਾਰ, ਓਏ ਤੇਰੇ ਕੋ ਹਾਰਨ ਨਹੀਂ ਮਾਰੇ ਨਹੀਂ। ਮੈਂ ਕਹਿੰਦਾ ਅੱਧੇ ਤਾਂ ਐਵੇਂ ਕਹਿੰਦਾ ਪਹਿਲਾਂ ਹਾਰਨ ਮਾਰ ਫਿਰ ਪਰੇ ਹਟਾਂਗਾ। ਗੱਡੀ 'ਚ ਘੱਟ ਤੇਲ ਪਾਇਆ ਹੁੰਦਾ, ਆਪਣੇ ਜਾ ਤੇਲ ਲਾਇਆ ਹੁੰਦਾ, ਭਜਾਈ ਤੁਰੀ ਜਾਣਗੇ, ਪੁੱਛੋ ਕੁਛ ਨਾ। ਲੇਕਿਨ ਮੈਂ ਤਾਂ ਕੀ ਕਰਨਾ, ਮੈਂ ਕਿਹਾ ਸ਼ੇਰ ਆ, ਇਹਨੂੰ ਵੀ ਗਾਹਾਂ ਸ਼ੇਰ ਹੀ ਟੱਕਰੂ। ਅੱਛਾ ਫਿਰ ਮੂੰਹ ਬਣਾ ਕੇ ਜਿਹੜਾ ਆਪਾਂ ਕੀਤਾ ਸੀ ਉਹ ਗੱਡੀ ਵਾਲਾ ਕੰਮ। ਆਹੋ ਹੁਣ ਗੱਡੀਆਂ 'ਚ 95% ਐਕਸੀਡੈਂਟ ਕਿਹੜੇ ਹੋ ਰਹੇ ਆ? ਚੜੇ ਹੀ ਆਉਂਦੇ ਆ। ਮੈਂ ਕਹਿੰਦਾ ਅੱਗੇ ਤੋਂ ਲੱਗੇ, ਕਿਸੇ ਵੀ ਸਰਕਾਰੀ ਅਦਾਰੇ ਚਲੇ ਜਾਓ, ਇੱਕ ਬੰਦੇ ਨੂੰ ਵੀ ਉੱਥੇ ਖੜਨ ਦਾ, ਆਪਣੇ ਆਪ ਨੂੰ ਕੰਡਕਟ ਕਰਨ ਦਾ ਸਟਾਈਲ ਨਹੀਂ ਹੈਗਾ। ਉਹਨਾਂ ਦੀ ਵਿੰਡੋ ਥੱਲੇ ਹੁੰਦੀ ਆ, ਉੱਤੇ ਖੜ ਕੇ ਅੱਧਾ ਥੁੱਕ ਉਹਦੇ ਉੱਤੇ ਗਿਰ ਰਿਹਾ ਹੁੰਦਾ, ਇੱਥੇ 4 ਬੰਦੇ ਹੁੰਦੇ, ਇੱਧਰ 4 ਬੰਦੇ ਹੁੰਦੇ, ਵਿੱਚ ਬੜੇ ਹੁੰਦੇ ਆ, ਪਸੀਨੇ ਹੋਏ ਹੁੰਦੇ ਹੈਗੇ, ਪਸੀਨੇ ਹੋਏ ਹੁੰਦੇ ਆ। ਬਹੁਤ ਬੁਰਾ ਹਾਲ ਆ। ਮੈਡਮ ਜੀ ਪਹਿਲਾਂ ਮੇਰਾ ਕਰ ਦੋ, ਉਹ ਫਿਰ ਮੇਰਾ ਕਰ ਦੋ, ਉਹ ਮੇਰਾ ਕਰ ਦੋ। ਮੈਨੂੰ ਆਰਾਮ ਸਿੰਘ ਨੇ ਭੇਜਿਆ, ਮੈਨੂੰ ਦਿਆਲ ਸਿੰਘ ਨੇ ਭੇਜਿਆ, ਮੇਰਾ ਕੰਮ ਕਰ ਦਿਓ। ਜਦੋਂ ਫੋਨ ਆਏ ਤੁਹਾਨੂੰ ਜੀ ਮੇਰਾ ਕੰਮ ਕਰ ਦਿਓ, ਫੋਨ ਤੇ ਵੀ ਆਉਂਦੇ ਤੇ ਸਪਾਰਸੇ ਬੰਦੇ। ਅੱਛਾ ਤੀਰਥ ਗਰੇਵਾਲ ਜੀ, ਆਪਾਂ ਇੱਥੇ ਵਿਸ਼ਰਾਮ ਲੈਣੇ ਹੈਗੇ ਆ ਆਪਾਂ, ਇਸ ਕਰਕੇ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ। ਤੁਹਾਨੂੰ ਕੋਈ ਆਪਣੇ ਆਪਣਾ ਕਸੂਰ ਕਰਕੇ ਲੈ ਕੇ ਗਿਆ, ਕੋਈ ਤੁਹਾਡੇ ਤੇ ਬੰਦੂਕ ਰੱਖ ਕੇ ਗਿਆ, ਤੁਹਾਡੀ ਬੁਨਿਆਦੀ ਸਹੂਲਤਾਂ ਨੇ, ਸਭ ਕੁਝ ਹੈਗਾ ਵਾ। ਯਾਰ ਜਦੋਂ ਤੁਸੀਂ ਸਕੂਲ ਜਾਂਦੇ ਹੋ ਜਾਂ ਕਾਲਜ ਜਾਂਦੇ ਹੋ, ਉੱਥੇ ਕੀ ਕਰਦੇ ਹੋ? ਟੀਚਰ ਕੋਈ ਲੱਭ ਲਓ, ਟੀਚਰ ਨੂੰ ਬਿਠਾ ਲਓ, ਉਹਨੂੰ ਕਦੇ ਕੋਈ ਗਿਫਟ ਦਿੱਤੀ, ਕਦੇ ਕੋਈ ਗਿਫਟ ਦਿੱਤੀ, ਤਾਂ ਤੁਹਾਡਾ ਬੱਚਾ ਕੀ ਸਿੱਖ ਰਿਹਾ? ਤੁਸੀਂ ਇਲੀਗਲ ਬਿਲਡਿੰਗ 'ਚ ਪੈਸੇ ਲਗਾ ਰਹੇ ਹੋ, ਤੇ ਜਦੋਂ ਤੁਹਾਨੂੰ ਨੋਟਿਸ ਆਉਂਦਾ ਤੁਸੀਂ ਉਸ ਤੋਂ ਬਾਅਦ ਕੀ ਕਰਦੇ ਹੋ? ਤੁਹਾਡੇ ਬੱਚੇ ਨਹੀਂ ਦੇਖਦੇ। ਬਿਲਕੁਲ ਸਾਰੇ ਬੱਚੇ ਜਿਹੜੇ ਤੁਸੀਂ ਅਪਰੋਚ ਅਪਣਾਈ ਹੋਈ ਆ ਆਪਣੀ ਇੱਕ ਝੂਠੀ ਸ਼ਾਨ ਕਰਕੇ, ਇਹਨੂੰ ਬਦਲੋ। ਜਦ ਤੱਕ ਤੁਸੀਂ ਇਹਨੂੰ ਚੇਂਜ ਨਹੀਂ ਕਰੋਗੇ, ਦੇਖੋ ਹਮਾਮ 'ਚ ਸਾਰੇ ਨੰਗੇ ਆ। ਜੇ ਪੰਜਾਬੀ ਕੋਲ ਇੰਨੇ ਪੈਸੇ ਖਰਚਣ ਨੂੰ ਹੈਗੇ ਤਾਂ ਅਸੀਂ ਇਹਨੇ ਕਰਜ਼ੇ 'ਚ ਕਿਉਂ ਆ? ਕਰਜ਼ੇ 'ਚ ਬਹੁਤ ਜ਼ਿਆਦਾ ਨੇ, ਹੈ ਨਾ। ਪੰਜਾਬੀ ਨੂੰ ਕਰਜ਼ਾ ਨਾ ਦਿਓ, ਉਹ ਤੋਂ ਪੈਸੇ ਲੈ ਲਓ। ਯਾਨੀ ਕਿ ਸੋਚ ਬਦਲੋ, ਸਮਾਜ ਬਦਲੇਗਾ। ਧੰਨਵਾਦ ਤੀਰਥ ਗਰੇਵਾਲ ਜੀ, ਥੈਂਕ ਯੂ। ਥੈਂਕ ਯੂ ਸਾਰੇ ਸਰੋਤਿਆਂ ਦਾ ਜੀ, ਥੈਂਕ ਯੂ।